सत श्री अकाल दोस्तों, थमे देख रहे हो पुआधी टीवी। मैं हाँ तलवंत सिंह कुमार लेकर हाजिर हाँ पुआधी टीवी का खास प्रोग्राम, जिसके विच हमें मुलाकात कराई करा थारी किसी खास शख्सियत के गैल जेड़े के अपने खिते के विच अपने जेड़े खेतर के विच माहिर हुआ। सो इसी तरह अज थारी मुलाकात कराने जा रहे हैं डॉक्टर भीमिंदर जी गैल। तो डॉक्टर साहब स्वागत है जी। बहुत बहुत शुक्रिया, मेहरबानी, धन्यवाद। ਤੇ ਡਾਕਟਰ ਸਾਹਿਬ ਮੇਰਾ ਪਹਿਲਾ ਸਵਾਲ ਇਹੀ ਹੈ, ਕਿਉਂਕਿ ਜਿਹੜੀ ਅੱਜ ਕੱਲ ਪੰਜਾਬ ਦੀ ਰਾਜਨੀਤੀ ਆ, ਪੰਜਾਬ ਦੀ ਰਾਜਨੀਤੀ ਆ ਲਾ ਲਓ ਵੀ ਉਹ ਕਿਤੇ ਨਾ ਕਿਤੇ ਡੋਲੀ ਪਈ ਆ। ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਹੁਣ ਜਦੋਂ मतलब कि प्रधान बन चुके पंजाब कांग्रेस के, इसके गैल पंजाब की राजनीति के गैल गैल पंजाब सरकार आ जिहड़ी उसके ऊपर भी बहुत असर पै रहा, क्योंकि ਜਿਹੜੇ पंजाब के असल च मसले हैं या फिर पंजाब के कार्य हैं वो हो नहीं रहे। दूजे पासा सारी पंजाब कांग्रेस के विच कुर्सी की दौड़ लगी हुई है। किस तरह देखो जी तुसीं इस बात नूं? कमान साहब बिल्कुल तुसी सही कह रहे हो कि इस वेले कुर्सी दौड़ ज्यादा है। जिहड़े पंजाब दे मुद्दे ने वो किते रुलदे दिखाई दिंदे ने। खास तौर ते जिहड़े कैप्टन साहब बहुत बड़े बड़े वादे करके, खास तौर ते जे आपां गल करिए, चाहे घर घर नौकरी का मुद्दा होवे, चाहे जी नशियां नूं खत्म करन दा मुद्दा होवे, चाहे किसानी नूं किसानी दा कर्जा माफी की गल होवे, चाहे होर बहुत सारे जिहड़े वादे कीते सीगे कांग्रेस ने या कैप्टन साहब ने, ਉਹ ਸਾਨੂੰ ਕਿਤੇ ਦਿਖਾਈ ਨਹੀਂ ਦੇ ਰਹੇ। 4.5 ਸਾਲ ਤੋਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਮੁੱਖ ਮੰਤਰੀ 4.5 ਸਾਲ ਦੇ ਵਿੱਚ 4 ਵਾਰੀ ਵੀ ਪੰਜਾਬ ਦੇ ਵਿੱਚ ਨਾ ਵੜਿਆ ਹੋਵੇ। ਸੋ ਇਸ जी ਕਰਕੇ ਸਾਰੀਆਂ ਚੀਜ਼ਾਂ ਨੂੰ ਛੁਪਾਉਣ ਦੇ ਲਈ ਤੁਸੀਂ ਦੇਖੋ ਵੀ ਜਿਹੜੀ ਇਸ ਵੇਲੇ ਕਾਂਗਰਸ ਹੈ ਉਹ ਕੁਰਸੀ ਯੁੱਧ ਦੇ ਵਿੱਚ ਫਸੀ ਹੋਈ ਹੈ। ਔਰ ਇਹਦੇ ਵਿੱਚ ਜਿਹੜੀ ਹੈਗੀ ਆਪਸੀ ਘੇਰਾਬੰਦੀ ਜਿਹੜੀ ਹੈਗੀ ਹੈ, ਆਪਸੀ ਛੜਯੰਤਰ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਦਿਖਾਈ ਦੇ ਰਿਹਾ ਤੁਹਾਨੂੰ, ਦੂਜੇ जी ਪਾਸੇ ਕੈਪਟਨ ਸਾਹਿਬ ਦਾ ਧੜਾ ਦਿਖਾਈ ਦੇ ਰਿਹਾ। ਸੋ ਦੋਨਾਂ जी ਦੇ ਵਿੱਚ ਆਪਸੀ ਟੱਕਰ ਹੈ। ਦੋਨੋਂ ਇੱਕ ਦੂਜੇ ਨੂੰ ਠਿੱਬੀ ਲਾਉਣਾ ਚਾਹੁੰਦੇ ਨੇ। ਦੋਨੋਂ ਜਿਹੜਾ ਹੈਗਾ ਇੱਕ ਠਿੱਬੀ ਲਾ ਕੇ ਅੱਗੇ ਵਧਣਾ ਚਾਹੁੰਦੇ ਨੇ, ਕੁਰਸੀਆਂ ਹਥਿਆਉਣਾ ਚਾਹੁੰਦੇ ਨੇ। ਪਰ ਇਹਦੇ ਵਿੱਚ ਪੰਜਾਬ ਦੀ ਜਿਹੜੀ ਪੰਜਾਬ ਦੇ ਜਿਹੜੇ ਲੋਕ ਨੇ ਉਹ जी ਵਿਚਾਰੇ ਲਗਾਤਾਰ ਪਿਸ ਰਹੇ ਨੇ ਔਰ ਉਹਨਾਂ ਦੀ ਕੋਈ ਜਿਹੜੀ ਹੈਗੀ ਇਹਨੇ ਗੱਲਾਂ ਨਹੀਂ ਮੰਨੀਆਂ ਜਾ ਰਹੀਆਂ। ਬੇਸ਼ੱਕ ਨਵਜੋਤ ਸਿੰਘ ਸਿੱਧੂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਸੱਤਾ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ। ਇਸੇ ਤਰ੍ਹਾਂ ਬਹੁਤ ਹੋਰ ਵੱਡੇ ਵੱਡੇ ਉਹਨਾਂ ਨੇ ਵਾਅਦੇ ਕੀਤੇ ਨੇ। ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਦੇ ਪੂਰੇ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਪਰ जी ਜਿਹੜੀ ਇਸ ਵੇਲੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਹੋ ਰਹੀ ਹੈ ਉਹਦੇ ਵਿੱਚੋਂ ਪੰਜਾਬ ਦੇ ਮੁੱਦਿਆਂ ਨੂੰ ਗਾਇਬ ਕੀਤਾ ਜਾ ਰਿਹਾ ਹੈ ਔਰ ਸ਼ਖਸੀਅਤ ਨੂੰ ਅੱਗੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਰੀ ਉਹ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹਦੇ ਨਾਲ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਧਿਰਾਂ ਨੇ, ਖਾਸ ਤੌਰ ਤੇ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਹੈ, ਇਹਨਾਂ ਨੂੰ ਵੀ ਇਸ ਵੇਲੇ ਲੋੜ ਹੈ ਕਿ ਇਹ ਮੁੱਦੇ ਚੁੱਕਣ। ਪੰਜਾਬ ਦੇ ਇਸ ਵੇਲੇ ਮਹਿੰਗਾਈ ਦਾ ਕਿੰਨਾ ਵੱਡਾ ਮੁੱਦਾ ਹੈ, ਇਸ ਵੇਲੇ ਕਿਸਾਨਾਂ ਦਾ ਬਹੁਤ ਵੱਡਾ ਮੁੱਦਾ ਆਪਾਂ ਨੂੰ ਵੀ ਪਤਾ ਤੁਸੀਂ ਹੈ ਆਮ ਕਿ ਆਦਮੀ ਪਾਰਟੀ ਲਗਭਗ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ। ਆਮ ਆਦਮੀ ਪਾਰਟੀ ਦੀ ਜਿਹੜੀ ਕਿ ਇੱਕ ਮੈਂਬਰ ਹੈ, ਲੀਡਰ ਹੈ ਅਨਮੋਲ ਗਗਨ ਮਾਨ, ਉਹ ਵੀ ਅੱਜ ਕੱਲ੍ਹ ਵਿਵਾਦਾਂ ਦੇ ਵਿੱਚ ਚੱਲ ਰਹੀ ਹੈ ਜੀ। ਅਨਮੋਲ ਗਗਨ ਮਾਨ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸੰਵਿਧਾਨ ਬਾਰੇ ਬੋਲਿਆ ਕਿ ਜਿਹੜਾ ਇਹ ਸੰਵਿਧਾਨ ਆ ਇਹ ਗਲਤ ਤਰੀਕੇ ਨਾਲ ਬਣਾਇਆ ਹੋਇਆ। ਉਹਨਾਂ ਨੇ ਸੰਵਿਧਾਨ ਬਾਰੇ मतलब ਕਿ ਅਪਸ਼ਬਦ ਬੋਲੇ ਨੇ ਜਿਹੜੇ ਕਿ ਉਹਨਾਂ ਤੇ ਇਲਜ਼ਾਮ ਲੱਗੇ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਉਸ ਤੋਂ ਬਾਅਦ ਬੇਸ਼ੱਕ ਅਨਮੋਲ ਗਗਨ ਮਾਨ ਨੇ ਮਾਫੀ ਵੀ ਮੰਗ ਲਈ, ਤਾਂ ਅੱਜ ਜਿਹੜਾ ਕਿ ਅਕਾਲੀ ਦਲ ਹੈ ਉਹ ਧਰਨਾ ਲਾਉਣ ਦੀ ਤਿਆਰੀ ਕਰ ਰਿਹਾ ਵੀ ਧਰਨਾ ਲਗਾਇਆ ਜਾਊਗਾ ਜਿਹੜਾ ਕਿ ਅਨਮੋਲ ਗਗਨ ਦੇ ਖਿਲਾਫ। ਜਿਹੜੇ ਕਿ ਬਸਪਾ ਆ, ਜਿਹੜੀ ਅਕਾਲੀ ਦਲ ਦੀ ਗੱਠਜੋੜ ਪਾਰਟੀ ਹੈ, ਉਹ ਬਸਪਾ ਅਕਾਲੀ मतलब ਕਿ ਦੋਵੇਂ ਇਕੱਠੇ ਹੋ ਕੇ ਧਰਨਾ ਲਗਾਉਣ ਦੀ ਤਿਆਰੀ ਕਰ ਰਹੇ ਨੇ ਅਨਮੋਲ ਗਗਨ ਦੇ ਖਿਲਾਫ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਕਮਾਨ ਸਾਹਿਬ, ਜਦੋਂ ਆਪਾਂ ਕਹਿੰਦੇ ਹਾਂ ਵੀ ਜਦੋਂ ਕਿਸੇ ਬੰਦੇ ਨੇ ਮਾਫੀ ਹੋਈ ਮੰਗ ਲਈ, ਜੀ ਆਪਣੀ ਗੱਲ ਜਿਹੜੀ ਹੈ ਸਪਸ਼ਟ ਹੀ ਕਰ ਦਿੱਤੀ ਕਿ ਭਾਈ ਮੈਥੋਂ ਗਲਤੀ ਹੋ ਗਈ, ਜੇ ਕਿਸੇ ਨੂੰ ਠੇਸ ਪਹੁੰਚੀ ਹੈ ਇਹਦੇ ਨਾਲ ਤਾਂ ਮੈਂ ਮਾਫੀ ਮੰਗਦਾ, ਤਾਂ ਉਹਦੇ ਉਸ ਤੋਂ ਬਾਅਦ ਕੋਈ ਐਕਸ਼ਨ ਕਰਨ ਦੀ ਕੋਈ ਕੋਈ ਬਣਦੀ ਨਹੀਂ ਹੈ। ਇਹਦਾ ਮਤਲਬ ਉਹ ਰਾਜਨੀਤੀ ਕਰ ਰਹੇ ਨੇ। ਇਸ ਮੁੱਦੇ ਦੇ ਉੱਤੇ ਜਾਣ ਕੇ ਇਸ ਮੁੱਦੇ ਨੂੰ ਜਿਹੜਾ ਹੈਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਦੂਜੇ ਦੇ ਉੱਤੇ ਬਲੇਮਬਾਜ਼ੀ ਹੋ ਰਹੀ ਹੈ। ਜਦੋਂ ਕਿ ਇਸ ਵੇਲੇ ਲੋੜ ਤਾਂ ਇਹ ਸੀਗੀ ਕਿ ਵੱਖ-ਵੱਖ ਧਿਰਾਂ ਇਕੱਠੀਆਂ ਹੁੰਦੀਆਂ ਔਰ ਕੈਪਟਨ ਸਾਹਿਬ ਨੂੰ ਇਹ ਪੁੱਛਿਆ ਜਾਂਦਾ ਕਿ ਕੈਪਟਨ ਸਾਹਿਬ ਤੁਸੀਂ ਦਲਿਤਾਂ ਦੇ ਲਈ ਕੀ ਕੀਤਾ, ਤੁਸੀਂ ਗਰੀਬਾਂ ਦੇ ਲਈ ਕੀ ਕੀਤਾ, ਤੁਸੀਂ ਮਨਰੇਗਾ ਜਿਹੜੀ ਹੈਗੀ ਹੈ ਉਹ ਇੱਥੋਂ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਮਨਰੇਗਾ ਜਿਹੜੀ ਹੈਗੀ ਹੈ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ। ਸੋ ਕਹਿਣ ਦਾ ਜੀ ਮਤਲਬ ਹੈ ਕਿ ਮੁੱਦੇ ਤਾਂ ਕੁਝ ਹੋਰ ਬਣਦੇ ਸੀਗੇ
ਇਹਨਾਂ ਪਾਰਟੀਆਂ ਦੇ ਰਾਹੀਂ ਇਹ ਜਾਣ ਬੁੱਝ ਕੇ ਮੁੱਦੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਇੱਕ ਦੂਜੇ ਦੇ ਕਿ ਤੂੰ ਫਲਾਣਾ ਬਿਆਨ ਦਿੱਤਾ, ਤੂੰ ਕਿਉਂ ਇਹ ਬਿਆਨ ਦਿੱਤਾ। ਇਹ ਤਾਂ ਵੱਡੀਆਂ ਸਮੱਸਿਆਵਾਂ ਹੀ ਹੈਗੀਆਂ ਇਸ ਵੇਲੇ ਪੰਜਾਬ ਦੀਆਂ। ਵੱਡੀਆਂ ਸਮੱਸਿਆਵਾਂ, ਘਰ ਘਰ ਰੋਜ਼ਗਾਰ ਦੀ ਸਮੱਸਿਆ ਹੈ, ਉਹਦੇ ਲਈ ਇਹਨਾਂ ਨੂੰ ਲੜਨਾ ਚਾਹੀਦਾ ਹੈ। ਇੱਥੇ ਕਿਸਾਨੀ ਦੀ ਐਡੀ ਵੱਡੀ ਸਮੱਸਿਆ ਹੈ, ਉਹਦੇ ਲਈ ਲੜਨਾ ਚਾਹੀਦਾ ਹੈ। ਦਲਿਤਾਂ ਦੀ ਜਿਹੜੀ ਕਰਜ਼ਾ ਮਾਫੀ ਇਸ ਵੇਲੇ ਨਹੀਂ ਹੋ ਰਹੀ, ਜਿਹੜਾ ਕਿ ਦਿਖਾਵਾ ਕੀਤਾ ਜਾ ਰਿਹਾ ਕੈਪਟਨ ਸਰਕਾਰ ਦੁਆਰਾ ਕਿ ਅਸੀਂ ਮਾਫ ਕਰ ਦਾਂਗੇ, ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਿਹਾ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੀਆਂ ਸਮੱਸਿਆਵਾਂ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ, ਜਦੋਂ ਕਿ ਇਹ ਪਾਰਟੀਆਂ ਸਾਨੂੰ ਕੀ ਲੜਾਈਆਂ ਦੱਸ ਰਹੀਆਂ ਨੇ ਕਿ ਅਸੀਂ ਤਾਂ ਜੀ ਫਲਾਣੇ ਨੇ ਉਹ ਬਿਆਨ ਦਿੱਤਾ ਸੀਗਾ ਜੀ, ਫਲਾਣੇ ਨੇ ਕੀ ਕਹਿਤਾ। ਇਦਾਂ ਦੀਆਂ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਬੁਨਿਆਦੀ ਤੌਰ ਤੇ ਜਿਹੜੇ ਬੁਨਿਆਦੀ ਮਸਲੇ ਨੇ ਪੰਜਾਬ ਦੇ, ਉਹ ਉਹਨਾਂ ਦੇ ਉੱਤੇ ਨਹੀਂ ਆ ਰਿਹਾ, ਸਗੋਂ ਉਹਨਾਂ ਦੇ ਖਿਲਾਫ ਲੜਨਾ ਚਾਹੀਦਾ ਸੀਗਾ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਹੈਗੀ ਵੱਡਾ ਸੰਘਰਸ਼ ਬਿਜਲੀ ਦੇ ਅੰਦੋਲਨ ਦੇ ਰਾਹੀਂ ਲੜਿਆ ਸੀਗਾ, ਬਹੁਤ ਵੱਡੀ ਪੱਧਰ ਦੇ ਉੱਤੇ ਉਹਨਾਂ ਦੇ ਜਿਹੜੇ ਲੋਕ ਸੀਗੇ, ਵਲੰਟੀਅਰ ਸੀਗੇ, ਉਹਨਾਂ ਨੇ ਸੁਸ਼ਮਾ ਫਾਰਮ ਘੇਰਿਆ ਸੀਗਾ, ਤੁਹਾਨੂੰ ਵੀ ਯਾਦ ਹੋਏਗਾ, ਔਰ ਪਾਣੀ ਦੀਆਂ ਬੁਛਾੜਾਂ ਉਹਨਾਂ ਤੇ ਛੱਡੀਆਂ ਗਈਆਂ। ਇਸੇ ਤਰ੍ਹਾਂ ਦੀਆਂ ਜਾਂ ਮਤਲਬ ਗੱਲਾਂ ਜਿਹੜੀਆਂ ਨੇ ਇੱਕ ਦੂਜੇ ਤੋਂ ਪਾਰਟੀ ਜਿਹੜੀ ਹੈਗੀ ਕਰ ਰਹੀ ਹੈ, ਇਹ ਬੇਤੁਕੀਆਂ ਗੱਲਾਂ ਨੇ। ਇਹਨਾਂ ਨੂੰ ਸਗੋਂ ਆਪਣੀ ਜਿਹੜੀ એનર્ਜੀ ਹੈ, ਆਪਣਾ ਜਿਹੜੀ ਜੋਸ਼ ਹੈ ਆਪਣਾ, ਉਹ ਇਹਨਾਂ ਚੀਜ਼ਾਂ ਦੇ ਬਜਾਏ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰਾਉਣ ਦੇ ਲਈ ਲਾਉਣਾ ਚਾਹੀਦਾ। ਇਸ ਵੇਲੇ ਮਹਿੰਗਾਈ ਆਪਾਂ ਨੂੰ ਪਤਾ ਹੈ ਕਿ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਅਸਮਾਨਾਂ ਨੂੰ ਛੂਹ ਚੁੱਕੀਆਂ ਨੇ। ਸੋ ਉੱਥੇ ਲੜਨ ਦੀ ਬਜਾਏ ਇਹ ਛੋਟੀਆਂ ਛੋਟੀਆਂ ਗੱਲਾਂ 'ਚ ਪੈ ਕੇ ਸਾਡਾ ਧਿਆਨ, ਆਪਣੇ ਲੋਕਾਂ ਦਾ ਧਿਆਨ, ਪੰਜਾਬ ਦਾ ਧਿਆਨ ਇੱਧਰ ਨਾ ਵੰਡਣ, ਸਗੋਂ ਲੋਕਾਂ ਨੂੰ ਸੁਚੇਤ ਕਰਨ, ਚੇਤਨ ਕਰਨ, ਏਦਾਂ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਾ ਕਰਨੇ ਪਾਰਟੀਆਂ। ਜੀ ਕੁਮਾਰ ਸਾਹਿਬ। ਜੀ ਡਾਕਟਰ ਸਾਹਿਬ, ਇੱਕ ਹੋਰ ਮੁੱਦਾ ਜਿਹੜਾ ਕਿ ਕੱਲ ਸੰਸਦ ਦੇ ਵਿੱਚ ਚੱਕਿਆ ਗਿਆ, ਸੰਸਦ ਦੇ ਵਿੱਚ ਮੁੱਦਾ ਚੱਕਿਆ ਗਿਆ ਕਿ ਇੱਕ ਤਾਂ ਫੋਨ ਟਾਈਪਿੰਗ ਦਾ ਮੁੱਦਾ ਬਹੁਤ ਜ਼ਿਆਦਾ ਆ ਰਿਹਾ ਜੀ। ਕਹਿੰਦੇ ਵੀ ਜਿਹੜੇ ਵੱਡੇ ਵੱਡੇ ਮੰਤਰੀ ਨੇ, ਲੀਡਰ ਨੇ, ਤੇ ਜਿਹੜੇ ਕੁਛ ਕੁ ਬੰਦੇ ਐਕਟਿਵ ਨੇ, ਬੋਲਦੇ ਨੇ, ਪੱਤਰਕਾਰਾਂ ਦਾ ਵੀ ਜਿਹੜਾ ਕਿ ਫੋਨ ਟਾਈਪਿੰਗ ਹੋ ਰਹੀ ਹੈ, ਤਾਂ ਇਹਨੂੰ ਲੈ ਕੇ ਅੱਜ ਕੱਲ੍ਹ ਮੁੱਦਾ ਬਹੁਤ ਭੜਕਿਆ ਹੋਇਆ। ਸੰਸਦ ਦੇ ਪਰਸੋਂ ਲਾ ਲਈ ਆਪਾਂ 19 ਜੁਲਾਈ ਨੂੰ, ਤੇ ਕੱਲ 20 ਜੁਲਾਈ ਨੂੰ ਵੀ ਜਿਹੜਾ ਕਿ ਸੰਸਦ ਦੀ ਕਾਰਵਾਈ ਆ 5 ਮਿੰਟ ਚੱਲਣ ਤੋਂ ਬਾਅਦ ਹੀ ਬੰਦ ਕਰ ਦਿੱਤੀ ਗਈ ਸੀ, ਤੇ ਅੱਗੇ ਮੁਲਤਵੀ ਕਰ ਦਿੱਤੀ ਗਈ। ਤੇ ਉਸ ਤੋਂ ਬਾਅਦ ਜਿਹੜਾ ਕਿ ਮਤਲਬ ਕਿ ਮਹਿੰਗਾਈ ਦਾ ਮੁੱਦਾ ਹੋ ਗਿਆ, ਕਿਸਾਨੀ ਦਾ ਮੁੱਦਾ ਹੋ ਗਿਆ, ਇਹਨਾਂ ਦੇ ਨਾਲ ਨਾਲ ਜਿਹੜਾ ਕਿ ਇਹ ਫੋਨ ਟੈਪਿੰਗ ਦਾ ਮੁੱਦਾ ਹੈ, ਇਹਨੂੰ ਲੈ ਕੇ ਬਹੁਤ ਵੱਡਾ ਹੰਗਾਮਾ ਹੋ ਰਿਹਾ ਹੈ। ਤੁਸੀਂ ਕਿਵੇਂ ਦੇਖਦੇ ਹੋ ਕਿ ਸਰਕਾਰ ਦੀ ਸੱਚੀ ਇਹ ਕੋਈ ਨਾ ਕੋਈ ਰਣਨੀਤੀ ਆ, ਜਾਂ ਫਿਰ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ? ਘੁਮਾਣ ਸਾਹਿਬ, ਇਹਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ 10 ਸਾਲ, ਉਦੋਂ ਵੀ ਇਹ ਮੁੱਦਾ ਉੱਠਦਾ ਰਿਹਾ, ਔਰ ਵੱਖ-ਵੱਖ ਉਦੋਂ ਉਸ ਵੇਲੇ ਬੀਜੇਪੀ ਦੇ ਜਿਹੜੇ ਮੰਤਰੀ ਸੀਗੇ ਜਾਂ ਵਿਧਾਇਕ ਸੀਗੇ ਜਾਂ ਹੋਰ ਲੀਡਰ ਸੀਗੇ, ਉਹਨਾਂ ਦੇ ਉੱਤੇ ਦੋਸ਼ ਲਾਉਂਦੇ ਸੀ ਕਿ ਕਾਂਗਰਸ ਸਾਡੀ ਜਿਹੜੀ ਹੈਗੀ ਹੈ ਇਹ ਸਾਰੀ ਆਪਾਂ ਨੂੰ ਪਤਾ ਹੈ ਕਿ ਫੋਨ ਟੈਪਿੰਗ ਹੋ ਰਹੀ ਹੈ ਜਾਂ ਕਰਵਾ ਰਹੀ ਸੀਗੀ। ਉਦੋਂ ਏਦਾਂ ਦੇ ਦੋਸ਼ ਲੱਗਦੇ ਹੁੰਦੇ ਸੀਗੇ। ਹੁਣ ਇਸ ਵੇਲੇ ਕੀ ਹੋ ਗਿਆ ਕਿ ਇਸ ਵੇਲੇ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਦੋਸ਼ ਲਾ ਰਹੇ ਨੇ ਕਿ ਖਾਸ ਤੌਰ ਤੇ ਤੁਸੀਂ ਕਹੋਗੇ ਆਪਾਂ ਕਹਾਂਗੇ ਰਾਹੁਲ ਗਾਂਧੀ ਹੋਰੀ ਜਿਹੜੇ ਨੇ, ਉਹਨਾਂ ਦਾ ਨਾਮ ਆ ਰਿਹਾ ਹੈ। ਇਸੇ ਤਰ੍ਹਾਂ ਪੀਕੇ ਦਾ ਨਾਮ ਆ ਰਿਹਾ ਹੈ, ਔਰ ਹੋਰ ਵੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨਾਂ ਦਾ ਨਾਮ ਇਹਦੇ ਵਿੱਚ ਆ ਰਿਹਾ ਹੈ। ਸੋ ਇੱਥੋਂ ਤੱਕ ਕਿ ਜਿਹੜੇ ਇਸ ਵੇਲੇ ਸਾਡੇ ਬੀਜੇਪੀ ਦੇ, ਖਾਸ ਤੌਰ ਤੇ ਜਿਹੜੀ ਬੀਜੇਪੀ ਦੀ ਸਰਕਾਰ ਹੈ, ਉਹਦੇ ਇਨਫੋਰਮੇਸ਼ਨ ਮੰਤਰੀ ਨੇ, ਉਹਨਾਂ ਦਾ ਵੀ ਨਾਮ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਦਿਖਾਈ ਦੇ ਰਿਹਾ। ਕਹਿਣ ਤੋਂ ਮਤਲਬ ਹੈ ਕਿ ਜਿਹੜੀ ਉਹ ਇੰਟਰਨੈਸ਼ਨਲ ਸੰਸਥਾ ਹੈ, ਉਹਦੇ ਵਿੱਚ 300 ਲੀਡਰ ਨੇ ਜਿਨ੍ਹਾਂ ਦਾ ਉਹਨਾਂ ਨੇ ਨਾਮ ਔਰ ਜਿਨ੍ਹਾਂ ਦੇ ਫੋਨ ਦੱਸੇ ਨੇ ਕਿ ਉਹ ਟੈਪ ਕੀਤੇ ਜਾ ਰਹੇ ਨੇ, ਉਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਕਾਰਵਾਈਆਂ ਚੈੱਕ ਕੀਤੀਆਂ ਜਾ ਰਹੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਕਿਸਮ ਦਾ ਆਜ਼ਾਦੀ ਦੇ ਉੱਤੇ ਇਹ ਬਹੁਤ ਵੱਡਾ ਧੱਬਾ ਹੈ ਕਿ ਏਦਾਂ ਮਤਲਬ ਜੇ ਕੋਈ ਜਸੂਸੀ ਹੁੰਦੀ ਹੈ ਏਦਾਂ ਕਿਸੇ ਵੀ ਮੰਤਰੀ ਦੀ ਜਾਂ ਕਿਸੇ ਵੀ ਬੰਦੇ ਦੀ, ਤਾਂ ਉਹ ਇੱਕ ਮਤਲਬ ਤੁਹਾਨੂੰ ਜਿਹੜਾ ਬੁਨਿਆਦੀ ਅਧਿਕਾਰ ਹੈ ਸਾਨੂੰ ਜਿਉਣ ਦਾ ਅਧਿਕਾਰ, ਉਹਦੀ ਉਲੰਘਣਾ ਹੈ ਸ਼ਰੇਆਮ ਇਹ। ਸੋ ਇਹ ਸਰਕਾਰਾਂ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ, ਬੀਜੇਪੀ ਸਰਕਾਰ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ, ਔਰ ਇਸ ਕਿਸਮ ਦੇ ਜਿਹੜੇ ਦੋਸ਼ ਲੱਗੇ ਨੇ ਬੀਜੇਪੀ ਸਰਕਾਰ ਦੇ ਉੱਤੇ ਜਾਂ ਕਿਸੇ ਪ੍ਰਾਈਵੇਟ ਸੰਸਥਾ ਦੇ ਉੱਤੇ, ਤਾਂ ਉਹਦੀ ਗੰਭੀਰਤਾ ਦੇ ਨਾਲ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਹ ਜਿਹੜੇ ਸਾਹਮਣੇ ਆਉਣਾ ਚਾਹੀਦਾ। ਸੋ ਬੀਜੇਪੀ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਜਿਹੜੇ ਵੀ, ਚਾਹੇ ਉਹ ਪ੍ਰਾਈਵੇਟ ਸੰਸਥਾ ਹੈ, ਚਾਹੇ ਕੋਈ ਵੀ ਸੰਸਥਾ ਹੈ ਇੰਟਰਨੈਸ਼ਨਲ ਲੈਵਲ ਦੀ ਜਾਂ ਹੋਰ, ਉਹਨਾਂ ਦੇ ਇਹ ਚੀਜ਼ਾਂ ਵਾਪਰੀਆਂ ਕਿਉਂ, ਉਹਨਾਂ ਦੇ ਉੱਤੇ ਇਨਕੁਆਇਰੀ ਕਰਾਉਣੀ ਚਾਹੀਦੀ ਹੈ। ਤਾਂ ਹੀ ਜਿਹੜਾ ਹੈਗਾ ਲੋਕਾਂ ਨੂੰ ਤਸੱਲੀ ਹੋਏਗੀ। ਨਹੀਂ ਤਾਂ ਕੀ ਹੋਏਗਾ ਕਿ ਇਦਾਂ ਜੇ ਤੁਸੀਂ ਇੱਕ ਦੂਜੇ ਦੀ ਟੈਪਿੰਗ ਕਰਾਉਣ ਲੱਗੇ ਤਾਂ ਕੱਲ ਨੂੰ ਜਿਹੜੀ ਦੂਜੀ ਸਰਕਾਰ ਆਏਗੀ, ਕੱਲ ਨੂੰ ਵਿਰੋਧੀ ਸਰਕਾਰ ਆਉਂਦੀਆਂ ਮੰਨ ਲਓ, ਉਹ ਦੂਜਿਆਂ ਦੇ ਟੈਪਿੰਗ ਕਰਾ ਲੇਗੀ,
ਸੋ ਇੱਕ ਦੂਜੇ ਦੇ ਉੱਤੇ ਜਿਹੜੇ ਹੈ ਦੋਸ਼ ਲਾਉਣ ਦੇ ਨਾਲੋਂ ਇਹੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿੱਥੇ ਇਹ ਚੀਜ਼ਾਂ ਜਿਹੜੀਆਂ ਨੇ ਵਾਪਰ ਰਹੀਆਂ ਨੇ ਤੇ ਕਿਉਂ ਵਾਪਰ ਰਹੀਆਂ ਨੇ। ਇਹ ਸਾਰੀਆਂ ਚੀਜ਼ਾਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਘੁਮਾਣ ਸਾਹਿਬ। ਜੀ, ਤੇ ਇਹੀ ਗੱਲ ਸਰ ਉਠਾਈ ਜਾਂਦੀ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਪਿੱਛੇ ਕਾਰਨ ਕੀ ਹੈ? ਅਸਲ 'ਚ ਜੇਕਰ ਸਾਡੇ ਲੀਡਰਾਂ ਦੀ ਇਨਫੋਰਮੇਸ਼ਨ, ਜੇਕਰ ਸਾਡੇ ਦੇਸ਼ ਦੇ ਪੱਤਰਕਾਰਾਂ ਦੀ ਇਨਫੋਰਮੇਸ਼ਨ ਇਸ ਤਰ੍ਹਾਂ ਲੀਕ ਆਊਟ ਹੋਊਗੀ ਜਾਂ ਫਿਰ ਕਿਸੇ ਸੰਸਥਾ ਕੋਲੇ ਪਹੁੰਚੂਗੀ ਤਾਂ ਕੱਲ੍ਹ ਨੂੰ ਸਾਡੇ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਹੈ। ਬਿਲਕੁਲ ਬਿਲਕੁਲ, ਇਹ ਹਰ ਪੱਖ ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਇਹ ਮਾੜੀ ਗੱਲ ਹੈ, ਚਾਹੇ ਉਹਨਾਂ ਦਾ ਲੋਕਤੰਤਰੀ ਅਧਿਕਾਰ ਦੇ ਪੱਖ ਤੋਂ, ਚਾਹੇ ਸੁਰੱਖਿਆ ਦੇ ਪੱਖ ਤੋਂ, ਚਾਹੇ ਹੋਰ ਹਰ ਤਰ੍ਹਾਂ ਦੇ ਪੱਖ ਤੋਂ, ਰਾਜਨੀਤਿਕ ਪੱਖ ਤੋਂ। ਬਹੁਤ ਮਤਲਬ ਇਹਦੇ ਬਹੁਤ ਸਾਰੇ ਪੱਖ ਨੇ ਕਿ ਇੱਦਾਂ ਦੀਆਂ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਇਹ ਮੈਨੂੰ ਲੱਗਦਾ ਕਿ ਕਾਂਗਰਸ ਦੇ ਜਦੋਂ ਸੱਤਾ ਰਹੀ ਹੈ ਪਿਛਲੇ ਲੰਮੇ 10 ਸਾਲ ਰਹੀ ਹੈ, ਉਦੋਂ ਇਹ ਗੱਲਾਂ ਆਮ ਚੱਲਦੀਆਂ ਸੀਗੀਆਂ, ਆਮ ਹੁੰਦੀਆਂ ਸੀਗੀਆਂ। ਪਿੱਛੇ ਜੇ ਫਿਰ ਜਦੋਂ ਸੱਤਾ ਬਦਲੀ, ਬੀਜੇਪੀ ਆਈ ਤਾਂ ਉਸ ਵੇਲੇ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਘਟੀਆਂ, ਪਰ ਹੁਣ ਜਿਹੜਾ ਹੈਗਾ ਬਹੁਤ ਵੱਡਾ ਮੁੱਦਾ ਇਹ ਉੱਭਰ ਕੇ ਸਾਹਮਣੇ ਆਇਆ। ਸੋ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਹੈ ਕਿਸੇ ਵੀ ਕੰਟਰੀ ਵਾਸਤੇ, ਕਿਸੇ ਵੀ ਖਾਸ ਤੌਰ ਤੇ ਲੋਕਤੰਤਰ ਵਾਸਤੇ, ਡੈਮੋਕ੍ਰੇਸੀ ਵਾਸਤੇ ਇਹ ਚੀਜ਼ਾਂ ਬਹੁਤੀਆਂ ਚੰਗੀਆਂ ਨਹੀਂ ਹੁੰਦੀਆਂ। ਡੈਮੋਕ੍ਰੇਸੀ ਇਹੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਉਹਦੇ ਵਿਚਾਰਾਂ ਨੂੰ, ਵਿਰੋਧੀ ਵਿਚਾਰਾਂ ਨੂੰ ਸਮਝਦੇ ਹੋਏ ਉਹਨਾਂ ਦੇ ਮੁਤਾਬਕ ਤੁਸੀਂ ਜਿਹੜਾ ਹੈਗਾ ਖੁੱਲ੍ਹ ਕੇ ਆਪਣਾ ਰੈਕਟ ਕਰੋ, ਸੰਵਾਦ ਕਰੋ, ਡਾਇਲੋਗ ਕਰੋ। ਸੋ ਜੇਕਰ ਅਸੀਂ ਇੱਦਾਂ ਦੇ ਲੋਕਾਂ ਦੇ ਉੱਤੇ ਪਾਬੰਦੀਆਂ ਲਾਵਾਂਗੇ, ਸਿੱਧੇ ਜਾਂ ਸਿੱਧੇ ਤੌਰ ਤੇ ਇੱਦਾਂ ਦੇ ਟੈਪਿੰਗ ਹੋਏਗੀ ਔਰ ਉਹਨਾਂ ਦੀ ਜਸੂਸੀ ਕੀਤੀ ਜਾਏਗੀ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਲੋਕਤੰਤਰ ਦੇ ਉੱਤੇ ਵੱਡਾ ਖਤਰਾ ਵੀ ਖੜਾ ਹੋ ਸਕਦਾ ਹੈ। ਸੁਰੱਖਿਆ ਦੇ ਤੌਰ ਤੇ ਵੀ ਇਹ ਬਹੁਤ ਖਤਰਨਾਕ ਹੈ ਔਰ ਲੋਕਤੰਤਰ ਨੂੰ ਵੀ ਇੱਕ ਵੱਡਾ ਖਤਰਾ ਆਪਾਂ ਸਮਝ ਸਕਦੇ ਹਾਂ ਕਿ ਇਸ ਗੱਲ ਨਾਲ ਹੋ ਗਿਆ ਹੈ। ਜੀ, ਤੇ ਸਰ ਗੱਲ ਹੁਣ ਇੱਥੇ ਆਉਂਦੀ ਹੈ ਕਿ ਜਦੋਂ ਹੁਣ ਸੰਸਦ ਦੇ ਵਿੱਚ ਵੀ, ਇਹ ਲੋਕ ਸਭਾ ਦੇ ਵਿੱਚ ਵੀ ਜਿਹੜਾ ਕਿ ਮੁੱਦਾ ਉਠਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਸਰ ਇੱਕ ਜਿਹੜੇ ਸੰਸਦ ਦੇ ਵਿੱਚ ਹੁਣ ਮੁੱਦੇ ਉਠਾਏ ਜਾ ਰਹੇ ਨੇ, ਮਹਿੰਗਾਈ ਦਾ ਮੁੱਦਾ ਲਗਾ ਲਓ, ਚਾਹੇ ਕਿਰਸਾਨੀ ਦਾ ਮੁੱਦਾ ਲਗਾ ਲਓ। ਕਿਰਸਾਨੀ ਦੇ ਮੁੱਦੇ ਨੂੰ ਕਾਫੀ ਟਾਈਮ ਹੋ ਗਿਆ ਜਿਹੜਾ ਕਿ ਲੋਕਾਂ ਵੱਲੋਂ ਤਾਂ ਉਠਾਇਆ ਹੀ ਜਾ ਰਿਹਾ ਸੀ, ਪਰ ਹੁਣ ਜਿਹੜੀ ਕਿ ਵਿਰੋਧੀ ਧਿਰਾਂ ਨੇ ਉਹ ਲਗਾਤਾਰ ਕਿਸਾਨੀ ਦਾ ਮੁੱਦਾ ਉਠਾ ਰਹੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਿਤੇ ਨਾ ਕਿਤੇ ਘਿਰਦੇ ਵੀ ਦਿਖਾਈ ਦੇ ਰਹੇ ਨੇ। ਕੀ ਲੱਗਦਾ ਕਿ ਹੁਣ ਲੋਕ ਸਭਾ ਦੇ ਵਿੱਚ ਜਿਹੜਾ ਇਹ ਮੁੱਦਾ ਉਠਾਉਣ ਤੋਂ ਬਾਅਦ ਹੁਣ ਜਦੋਂ ਅੱਗੇ ਸੰਸਦ ਦੇ ਵਿੱਚ ਮੁੱਦਾ ਉਠਾਇਆ ਗਿਆ ਤਾਂ ਇਹਦੇ ਨਾਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕੋਈ ਐਕਸ਼ਨ ਲੈਣਗੇ ਕਿ ਕਿਸ ਤਰ੍ਹਾਂ ਕਿਸਾਨੀ ਅੰਦੋਲਨ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਕਿ ਹੁਣ ਮੁੱਦਾ ਜਦੋਂ ਸੰਸਦ ਦੇ ਵਿੱਚ ਉੱਠਣ ਲੱਗ ਪਿਆ ਕਿ ਇਹਦੇ ਤੇ ਹੁਣ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਕੋਈ ਐਕਸ਼ਨ ਹੋਊਗਾ ਜੀ? ਕੋਈ ਮਤਲਬ ਕਿ ਲੋਕਾਂ ਨੂੰ ਵਿਸ਼ਵਾਸਨ ਮਿਲ ਸਕਦਾ ਇਸ ਗੱਲ ਦਾ? ਜੀ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਇਸ ਵੇਲੇ ਮੈਨੂੰ ਲੱਗਦਾ ਕਿ 8 ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਕਿਸਾਨ ਬੜੇ ਲੰਬੇ ਸਮੇਂ ਤੋਂ, ਚਾਹੇ ਸਰਦੀਆਂ ਹੋਣ, ਗਰਮੀਆਂ ਹੋਣ, ਚਾਹੇ ਝੱਖੜ ਝੁੱਲਣ, ਹਨੇਰੀਆਂ ਹੋਣ, ਹਮੇਸ਼ਾ ਉਹ ਡਟੇ ਰਹੇ ਨੇ ਔਰ ਇੱਥੋਂ ਤੱਕ ਕਿ ਬੱਚੇ ਤੋਂ ਲੈ ਕੇ ਨੌਜਵਾਨਾਂ ਤੱਕ, ਬਜ਼ੁਰਗਾਂ ਤੱਕ ਜਿਹੜੇ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਕਿਸਾਨਾਂ ਨੇ ਇੱਕ whip ਜਾਰੀ ਕਰਕੇ ਇਹ ਗੱਲ ਕਹੀ ਹੈ, ਖਾਸ ਤੌਰ ਤੇ ਜਿਹੜੀਆਂ ਵਿਰੋਧੀ ਧਿਰਾਂ ਦੇ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਇਹੀ ਡਿਊਟੀ ਲਾਈ ਗਈ ਆ ਕਿ ਤੁਸੀਂ ਭਾਈ ਜਿਹੜਾ ਬੀਜੇਪੀ ਸਰਕਾਰ ਇਹ ਕਾਲੇ ਕਾਨੂੰਨ ਲੈ ਕੇ ਆਈ ਹੈ ਉਹਨਾਂ ਦੀ ਆਵਾਜ਼ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਚੁੱਕੋ ਔਰ ਤਾਂ ਕਿ ਇਹ ਜਿਹੜੇ ਗੱਲਬਾਤ ਦਾ ਸਿਲਸਿਲਾ ਅੱਗੇ ਚੱਲ ਸਕੇ। ਔਰ ਜੇਕਰ ਪ੍ਰੈਸ਼ਰ ਬਣਦਾ ਹੈ ਤਾਂ ਲਾਜ਼ਮੀ ਤੌਰ ਤੇ ਜਿਹੜੇ 3 ਕਾਲੇ ਕਾਨੂੰਨ ਪਾਸ ਕੀਤੇ ਗਏ ਨੇ ਮੋਦੀ ਸਰਕਾਰ ਦੇ ਰਾਹੀਂ ਤਾਂ ਉਹਨੂੰ ਵਾਪਸ ਹੋਣ ਦਾ ਜਿਹੜਾ ਹੈਗਾ ਕੋਈ ਨਾ ਕੋਈ ਉਹਦੇ ਲਈ ਗੱਲਬਾਤ, ਸੰਵਾਦ ਜਿਹੜਾ ਹੈਗਾ ਚੱਲ ਸਕੇ। ਸੋ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੇ ਦੇਖਿਆ ਹੈ ਕਿ ਕੱਲ ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਬਸਪਾ ਹੋਵੇ ਜਾਂ ਹੋਰ ਜਿਹੜੀਆਂ ਵਿਰੋਧੀ ਪਾਰਟੀਆਂ ਹੋਣ, ਉਹਨਾਂ ਨੇ ਲਗਾਤਾਰ ਆਪਣੀ ਆਵਾਜ਼ ਪਾਰਲੀਮੈਂਟ ਦੇ ਵਿੱਚ ਬੁਲੰਦ ਕੀਤੀ ਹੈ ਔਰ ਜਿਹਦੇ ਕਰਕੇ ਕਾਫੀ ਜਿਹੜੀ ਹੈਗੇ ਸੰਕਟ ਆਏ ਨੇ ਬੀਜੇਪੀ ਨੂੰ। ਔਰ ਆਉਣ ਵਾਲੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਸ ਪ੍ਰੈਸ਼ਰ ਨੂੰ ਨਾ ਚੱਲਦੇ ਹੋਏ ਸੰਵਾਦ ਲਈ ਅੱਗੇ ਆਉਣਾ ਪਵੇ ਬੀਜੇਪੀ ਨੂੰ, ਕਿਉਂਕਿ ਬੜੇ ਲੰਬੇ ਸਮੇਂ ਤੋਂ ਪਿਛਲੇ ਜਿਹੜਾ ਸੈਸ਼ਨ ਸੀਗਾ ਉਹ ਜਦੋਂ ਖਤਮ ਹੋਇਆ ਸੀਗਾ ਤਾਂ ਮੋਦੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ, ਜਦੋਂ ਤੁਸੀਂ ਮੈਨੂੰ ਫੋਨ ਕਾਲ ਕਰੋਗੇ, ਕਿਸਾਨ ਕਰਨਗੇ, ਮੈਂ ਗੱਲਬਾਤ ਲਈ ਰਾਜ਼ੀ ਹੋ ਜਾਵਾਂਗਾ। ਪਰ ਹੋਇਆ ਕੀ? ਬਿਲਕੁਲ ਉਲਟ। ਅੱਜ ਤੱਕ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ, ਸਗੋਂ ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਜਿਹੜੇ ਨੇ ਲਾਠੀ ਚਾਰਜ ਕੀਤਾ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਉੱਤੇ ਕੇਸ ਬਣਾਏ ਗਏ। ਸਗੋਂ ਤਸ਼ੱਦਦ ਜਿਹੜਾ ਹੈਗਾ ਛੋਟੇ ਛੋਟੇ ਬੱਚਿਆਂ ਤੱਕ ਜਿਹੜਾ ਹੈਗਾ ਉਹ ਤਸ਼ੱਦਦ ਕੀਤਾ ਗਿਆ। ਆਪਾਂ ਨੂੰ ਵੀ ਪਤਾ ਹੈ ਕਿ ਵੀਡੀਓ ਵਾਇਰਲ ਹੋਈਆਂ, ਉਹ ਬੱਚਿਆਂ ਨੂੰ ਜਦੋਂ ਤੁਸੀਂ
ਉਹ ਗ੍ਰਿਫਤਾਰ ਕਰ ਰਹੇ ਹੋ, ਉਹਨਾਂ ਨੂੰ ਬੱਸਾਂ ਦੇ ਵਿੱਚ ਬਿਠਾ ਰਹੇ ਹੋ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਮੋਦੀ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਗੱਲ ਕਰਨ ਲਈ ਤਿਆਰ ਹਾਂ, ਪਰ ਗੱਲ ਕੋਈ ਹੋ ਨਹੀਂ ਰਹੀ। ਦੂਜੇ ਪਾਸੇ ਕਿਸਾਨਾਂ ਦੇ ਉੱਤੇ ਲਗਾਤਾਰ ਤਸ਼ੱਦਦ ਕਰ ਰਹੇ ਨੇ। ਸੋ ਜੇਕਰ ਕੋਈ ਵਿਰੋਧੀ ਧਿਰਾਂ ਜਿਹੜੀਆਂ ਨੇ ਆਵਾਜ਼ ਬੁਲੰਦ ਕਰਦੀਆਂ ਨੇ, ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਵਾਜ਼ ਕਿਉਂ ਬੁਲੰਦ ਕਰ ਰਹੇ ਹੋ ਇਹਨਾਂ ਦੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ। ਸੋ ਮੇਰਾ ਜੀ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਬੀਜੇਪੀ ਦੀ ਜਿਹੜੀ ਸਿਆਸਤ ਹੈ ਉਹ ਸਾਰਿਆਂ ਦੇ ਸਾਹਮਣੇ ਆ ਚੁੱਕੀ ਆ। ਉਹਨਾਂ ਦੀ ਜਿਹੜੀ ਜ਼ਿੱਦ ਹੈ ਇਸ ਕਰਕੇ ਕਿ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ, ਕਿਸਾਨਾਂ ਦੇ ਨਾਲ ਅਸੀਂ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਕਰ ਸਕਦੇ। ਉਹ ਜ਼ਿੱਦ ਜਿਹੜੀ ਹੈਗੀ ਆ ਸਾਹਮਣੇ ਆ ਰਹੀ ਹੈ। ਸੋ ਜ਼ਿੱਦ ਛੱਡਣੀ ਚਾਹੀਦੀ ਹੈ ਦੋਨੋਂ। ਮੇਰਾ ਇਹ ਕਹਿਣਾ ਕਿ ਦੋਨੋਂ ਧਿਰਾਂ ਨੂੰ ਬੈਠ ਕੇ ਹੀ ਇਹ ਮਸਲਾ ਹੱਲ ਹੋਏਗਾ। ਏਦਾਂ ਮਤਲਬ ਜੇ ਆਪਾਂ ਕਹੀਏ ਏਦਾਂ ਨਹੀਂ ਮਸਲੇ ਹੱਲ ਹੋਣੇ। ਕੋਈ ਵੀ ਮਸਲਾ ਹੈ, ਵੱਡੇ ਤੋਂ ਵੱਡਾ ਜਿਹੜਾ ਸੰਕਟ ਹੈ, ਜੀ ਸਮੱਸਿਆ ਹੈ, ਉਸ ਨੂੰ ਤੁਸੀਂ ਬੈਠ ਕੇ ਆਪਸ ਦੇ ਵਿੱਚ ਹੱਲ ਕਰ ਸਕਦੇ ਹੋ। ਜੇਕਰ ਉਹ ਵਿਚਾਰੇ ਅੱਜ ਬੈਠੇ ਨੇ ਕਿਸਾਨ, ਤਾਂ ਜੇਕਰ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਜਾ ਰਹੀ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਜਿਹੜੀ ਹੈਗੀ ਹੈ ਲੋਕਾਂ ਦੇ ਵਿੱਚ ਇੱਕ ਨਿਰਾਸ਼ਤਾ ਜਿਹੜੀ ਹੈਗੀ ਹੈ ਉਹ ਵੱਧ ਰਹੀ ਹੈ। ਲੋਕਾਂ ਦੇ ਵਿੱਚ ਇੱਕ ਅਰਾਜਕਤਾ ਜਿਹੜੀ ਹੈਗੀ ਹੈ ਉਹ ਸਥਿਤੀ ਪੈਦਾ ਹੋ ਰਹੀ ਹੈ। ਔਰ ਇਹਦੇ ਚੋਂ ਵੱਡੀ ਗੱਲ ਇਹੀ ਹੈ ਘਮਾਨ ਸਾਹਿਬ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਚੀਜ਼ਾਂ ਨਹੀਂ ਵਾਪਰਦੀਆਂ, ਤਾਂ ਲਾਜ਼ਮੀ ਤੌਰ ਤੇ ਚਾਹੇ ਉਹ 24 ਦਾ ਹੋਵੇ, 24 ਦੀਆਂ ਚੋਣਾਂ ਹੋਣ ਲੋਕ ਸਭਾ ਦੀਆਂ, ਚਾਹੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਹੋਣ, ਖਾਸ ਤੌਰ ਤੇ ਯੂਪੀ ਦੀ, ਉੱਤਰਾਖੰਡ ਦੀ, ਪੰਜਾਬ ਦੀ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣ, ਉਹਦੇ ਵਿੱਚ ਬੀਜੇਪੀ ਨੂੰ ਬਹੁਤ ਮੂੰਹ ਦੀ ਖਾਣੀ ਪਏਗੀ। ਔਰ ਉਹਦਾ ਆਪਾਂ ਸਿੱਟਾ ਵੀ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਇਸ ਵੇਲੇ ਲਗਭਗ ਸਫਾਇਆ ਹੋ ਚੁੱਕਿਆ ਹੈ। ਔਰ ਜਿਸ ਕਿਸਮ ਦੇ ਨਾਲ ਇਹ ਕਿਸਾਨ ਅੰਦੋਲਨ ਯੂਪੀ ਦੇ ਵਿੱਚ ਵੱਧ ਰਿਹਾ ਹੈ, ਉਸ ਤਰ੍ਹਾਂ ਜੀ ਲੱਗਦਾ ਹੈ ਕਿ ਯੂਪੀ ਦੇ ਵਿੱਚ ਵੀ ਬੀਜੇਪੀ ਦਾ ਜਿਹੜਾ ਹੈਗਾ ਸਫਾਇਆ ਹੋਣਾ ਹੀ ਹੋਣਾ ਹੈ। ਉੱਤਰਾਖੰਡ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਜਾਣੀ ਹੈ। ਸੋ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਹਰਿਆਣੇ ਦੇ ਵਿੱਚ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਬੀਜੇਪੀ ਔਰ ਜੇਜੇਪੀ ਨੂੰ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਜੇਕਰ ਇਹ ਗੱਲਬਾਤ ਨਹੀਂ ਸਿਰੇ ਲੱਗਦੀ, ਇਦਾਂ ਹੀ ਗੱਲ ਚੱਲ ਰਹੀ ਹੈ, ਤਾਂ ਇਹਦੇ ਨਾਲ ਇਹ ਨਹੀਂ ਹੈ ਕਿ ਕੋਈ ਕਿਸਾਨਾਂ ਦਾ ਤਾਂ ਚਲੋ ਨੁਕਸਾਨ ਹੋ ਹੀ ਰਿਹਾ ਹੈ। ਉਹ ਵਿਚਾਰੇ 550 ਕਿਸਾਨ ਸ਼ਹੀਦੀ ਦੇ ਚੁੱਕੇ ਨੇ, ਪਰ ਨਾਲ ਦੀ ਨਾਲ ਬੀਜੇਪੀ ਦਾ ਵੀ ਜਿਹੜਾ ਹੈਗਾ ਵੱਡਾ ਨੁਕਸਾਨ ਹੋ ਰਿਹਾ ਹੈ। ਐਸੀ ਗੱਲ ਨਹੀਂ ਹੈ ਕਿ ਹੌਲੀ ਹੌਲੀ ਬੀਜੇਪੀ ਜਿਹੜੀ ਸੋਚ ਰਹੀ ਹੈ ਕਿ ਅਸੀਂ ਲਗਾਤਾਰ ਲੰਬਾ ਰਾਜ ਇੱਥੇ ਕਰਾਂਗੇ, ਉਹਦੇ ਉੱਤੇ ਜਿਹੜਾ ਹੈਗਾ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਬੰਗਾਲ ਜੀ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਅਸੀਂ ਸਾਰੇ ਜਾਣਦੇ ਹਾਂ। ਇਸੇ ਤਰ੍ਹਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਹੁਤ ਨੇੜੇ ਨੇ ਜਿਹੜੀਆਂ ਚੋਣਾਂ, ਉੱਥੇ ਵੀ ਤੁਸੀਂ ਦੇਖੋਗੇ ਕਿ ਬੀਜੇਪੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਇਸ ਵੇਲੇ ਕਿ ਜਿਹੜਾ ਜਿਸ ਕਿਸਮ ਦਾ ਪ੍ਰੈਸ਼ਰ ਪਾਰਲੀਮੈਂਟ ਦੇ ਵਿੱਚ ਪੈ ਰਿਹਾ ਹੈ, ਤੇ ਉਸ ਪ੍ਰੈਸ਼ਰ ਤੋਂ ਜਿਹੜਾ ਹੈਗਾ ਤੰਗ ਆ ਕੇ ਉਸ ਪ੍ਰੈਸ਼ਰ ਨੂੰ ਨਾ ਸਹਿਦੇ ਹੋਏ ਬੀਜੇਪੀ ਅੱਗੇ ਆਏਗੀ, ਗੱਲਬਾਤ ਲਈ ਤਿਆਰ ਹੋਏਗੀ। ਔਰ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਬਹੁਤ ਛੇਤੀ ਇਹ ਮਸਲਾ ਹੱਲ ਹੋਏਗਾ। ਇਹ 3 ਕਾਲੇ ਕਾਨੂੰਨ ਵਾਪਸ ਹੋਣਗੇ। ਇੱਕ ਨਵਾਂ ਜਿਹੜਾ MSP ਵਾਲਾ ਕਾਨੂੰਨ ਹੈ ਉਹ ਬੀਜੇਪੀ ਸਰਕਾਰ ਰਾਹੀਂ ਲਿਆਂਦਾ ਜਾਏਗਾ। ਇਹੀ ਉਮੀਦ ਸਾਨੂੰ ਕਰਨੀ ਬਣਦੀ ਹੈ ਘਮਾਨ ਸਾਹਿਬ। ਜੀ ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਅਸਲ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਤਾਂ ਸਿਰਫ ਆਵਾਜ਼ ਬੁਲੰਦ ਕਰ ਸਕਦੀਆਂ ਨੇ ਇਹਨਾਂ ਕਾਨੂੰਨਾਂ ਦੇ ਖਿਲਾਫ, ਤਾਂ ਫਰਜ਼ ਤਾਂ ਬੀਜੇਪੀ ਦਾ ਬਣਦਾ, ਐਕਸ਼ਨ ਤਾਂ ਬੀਜੇਪੀ ਵੱਲੋਂ ਹੀ ਲਿਆ ਜਾਣਾ ਹੈ ਕਿ ਇਹ ਕਾਲੇ ਕਾਨੂੰਨ ਨੇ ਜਿਹੜੇ ਕਦੋਂ ਰੱਦ ਕੀਤੇ ਜਾਣੇ ਨੇ, ਕਿਉਂਕਿ ਆਖਰ ਦੇ ਵਿੱਚ ਕਾਨੂੰਨ ਰੱਦ ਕਰਕੇ ਹੀ ਸਰਨਾ। ਰੱਦ ਕਰੇ ਬਿਨਾਂ ਸਰਕਾਰ ਬਣਾਉਣ ਦੀ ਬੀਜੇਪੀ ਕਦੇ ਵੀ ਨਾ ਸੋਚੇ, ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਇਸ ਚੀਜ਼ ਦਾ ਭਾਰੀ ਵਿਰੋਧ ਆ, ਜਿਸ ਦਾ ਖਮਿਆਜ਼ਾ ਬੀਜੇਪੀ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ। ਸੋ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਘਮਾਨ ਸਾਹਿਬ ਜੀ। ਸੋ ਦੋਸਤੋ, ਇਹ ਸੀ ਜੀ ਡਾਕਟਰ ਪੀ ਮਹਿੰਦਰ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਫਿਊਚਰ ਦੇ ਵਿੱਚ ਬੀਜੇਪੀ ਹੈ, ਜੇਕਰ ਉਹ ਕਿਸਾਨ ਹਿਤੈਸ਼ੀ ਨਹੀਂ ਹੁੰਦੀ, ਜੇਕਰ ਉਹ ਕਿਸਾਨਾਂ ਬਾਰੇ ਨਹੀਂ ਸੋਚਦੀ, ਜਾਂ ਫਿਰ ਸਰਕਾਰਾਂ ਦੀ ਅੱਜ ਦੀ ਜਿਹੜੀ ਰਾਜਨੀਤਿਕ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਚੱਲ ਰਹੀ ਆ, ਜੇਕਰ ਇਸ ਰਾਜਨੀਤਿਕ ਸਥਿਤੀ ਨੂੰ ਬਦਲਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਪੰਜਾਬ ਦੀ ਜਿਹੜੀ ਸੱਤਾ ਆ, ਰਾਜਨੀਤੀ ਆ, ਉਸਦੇ ਹਾਲਾਤ ਕੀ ਹੋਣਗੇ। ਤੁਹਾਨੂੰ ਜਿਹੜੀ ਅੱਜ ਦੀ ਸਾਡੀ ਵਿਚਾਰ ਚਰਚਾ ਕਿਵੇਂ ਲੱਗੀ, ਤੁਸੀਂ ਆਪਣੀ ਰਾਏ ਜਿਹੜੀ ਕਮੈਂਟ ਬਾਕਸ 'ਚ ਦੇਣੀ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।